हाँ जी स्टूडेंट्स, ਅੱਜ ਅਸੀਂ ਆਪਣੀ ਇੰਗਲਿਸ਼ ਇਲੈਕਟਿਵ +1 ਕਲਾਸ ਦੇ ਚੈਪਟਰ ਸੋਹਰਾਬ ਐਂਡ ਰੁਸਤਮ ਪਾਰਟ 1 ਅਤੇ ਪਾਰਟ 2 ਦੇ ਲੌਂਗ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਸਾਡੇ ਸਿਲੇਬਸ ਦਾ ਬੱਚਿਓ ਇਹ 7ਵਾਂ ਐਸੇ ਹੈ। ਤਾਂ ਸਟੂਡੈਂਟਸ ਇਹ ਸੋਹਰਾਬ ਐਂਡ ਰੁਸਤਮ ਵਾਲੇ ਚੈਪਟਰਸ ਦੀ ਸੀਰੀਜ਼ ਦਾ 7ਵਾਂ ਵੀਡੀਓ ਹੋਏਗਾ। ਸਟੂਡੈਂਟਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਲਾਸ +1 ਦੀ ਇੰਗਲਿਸ਼ ਇਲੈਕਟਿਵ ਦੀ बुक नंबर 1 इंग्लिश रीडर बुक 5 दे मैं ऑलरेडी 6 ऐसे द यंग अकबर, द स्टोरी ऑफ श्री रामा जिगजाइल, द डिस्कवरी ऑफ पेनिसिलिन, द स्टोरी ऑफ माइकल, गुरु गोबिंद सिंह ਅਤੇ ਸੋਹਰਾਬ ਐਂਡ ਰੁਸਤਮ ਪਾਰਟ 1 ਅਤੇ ਪਾਰਟ 2 ਇਹਨਾਂ ਸਾਰੇ ਐਸੇਜ਼ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਲੌਂਗ ਆਨਸਰ ਟਾਈਪ ਕੁਐਸਚਨਸ, ਇਹਨਾਂ ਦੀਆਂ ਐਕਸਰਸਾਈਜ਼ਿਸ ਸੋਲੂਸ਼ਨਸ ਅਤੇ ਸ਼ਾਰਟ ਆਨਸਰ ਟਾਈਪ ਕੁਐਸਚਨਸ, ਇਹਨਾਂ ਸਾਰਿਆਂ ਦੇ ਵੀਡੀਓਜ਼ ਬੱਚਿਓ ਮੈਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਸਾਰੇ ਚੈਪਟਰਸ ਦੇ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ ਅਤੇ ਆਪਣੀਆਂ ਤੁਸੀਂ ਨੋਟਬੁੱਕਸ 'ਤੇ ਨੋਟ ਵੀ ਕੀਤੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਮਿਸ ਹੋਏ ਹਨ ਤਾਂ ਮੈਂ ਕਲਾਸ +1 ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਇਸ ਲਿੰਕ 'ਤੇ ਜਾ ਕੇ ਤੁਹਾਨੂੰ ਕਲਾਸ +1 ਇੰਗਲਿਸ਼ ਇਲੈਕਟਿਵ ਦੇ ਮੇਰੇ ਬਣਾਏ ਹੋਏ ਸਾਰੇ ਵੀਡੀਓਜ਼ ਮਿਲ ਜਾਣਗੇ, ਜਿਨ੍ਹਾਂ ਦੇ ਵਿੱਚੋਂ ਤੁਹਾਡਾ ਜਿਹੜਾ ਵੀ ਵੀਡੀਓ ਮਿਸ ਹੈ ਉਹ ਤੁਸੀਂ ਦੇਖ ਸਕਦੇ ਹੋ ਅਤੇ ਆਪਣੀਆਂ ਨੋਟਬੁੱਕਸ 'ਤੇ ਨੋਟ ਕਰ ਸਕਦੇ ਹੋ। ਸਟੂਡੈਂਟਸ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਸੋਹਰਾਬ ਐਂਡ ਰੁਸਤਮ ਪਾਰਟ 1 ਅਤੇ ਪਾਰਟ 2 ਦੇ ਪਹਿਲੇ 6 ਵੀਡੀਓਜ਼ ਦੇ ਵਿੱਚ ਮੈਂ ਇਹਨਾਂ ਦੋਨੇ ਪਾਰਟਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਰਵਾਈ ਹੈ। ਦੋਨੇ ਚੈਪਟਰਸ ਨੂੰ ਮੈਂ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਸਮਝਾਇਆ ਹੈ ਅਤੇ ਇਹਨਾਂ ਚੈਪਟਰਸ ਦੇ ਐਂਡ ਦੇ ਵਿੱਚ ਦਿੱਤੀ ਹੋਈਆਂ ਜੋ ਗ੍ਰਾਮਰ ਦੀਆਂ ਐਕਸਰਸਾਈਜ਼ਿਸ ਆ ਬੱਚਿਓ, ਉਹਨਾਂ ਨੂੰ ਮੈਂ ਸੋਲਵ ਕਰਵਾਇਆ ਹੈ। ਖਾਸ ਤੌਰ ਤੇ ਜਿਹੜੇ ਸਾਡੇ ਕੰਡੀਸ਼ਨਲ ਸੈਂਟੈਂਸਿਸ ਆਏ ਨੇ ਉਹਨਾਂ ਦੇ ਮੈਨੇ ਸਪੈਸ਼ਲ ਵੀਡੀਓਜ਼ ਬਣਾਏ ਨੇ, ਜਿਸ ਤਰ੍ਹਾਂ ਕਿ ਦਾ ਥਰਡ ਕੰਡੀਸ਼ਨਲ ਮੈਂ ਇੱਕ ਸਪੈਸ਼ਲ ਵੀਡੀਓ ਦੇ ਵਿੱਚ ਸਮਝਾ ਕੇ ਤੁਹਾਨੂੰ ਸਾਰਾ ਐਕਸਪਲੇਨ ਕੀਤਾ ਹੈ। ਇਸੇ ਤਰ੍ਹਾਂ ਮੈਚਿੰਗ ਐਕਸਰਸਾਈਜ਼ਿਸ ਵੀ ਮੈਂ ਸੋਲਵ ਕਰਾਈਆਂ ਨੇ ਅਤੇ ਖਾਸ ਤੌਰ ਤੇ ਜਿਹੜੀਆਂ ਫਿਲ ਇਨ ਦਾ ਬਲੈਂਕਸ ਆਉਂਦੀਆਂ ਨੇ ਚੈਪਟਰਸ ਦੇ ਐਂਡ ਦੇ ਵਿੱਚ, ਤਾਂ ਇਸ ਚੈਪਟਰ ਦੇ ਐਂਡ ਦੇ ਵਿੱਚ ਵੀ ਆਈਆਂ ਹੋਈਆਂ ਫਿਲ ਇਨ ਦੀ ਬਲੈਂਕਸ ਮੈਂ ਤੁਹਾਨੂੰ ਸੋਲਵ ਕਰਾਈਆਂ ਨੇ। ਤਾਂ ਉਮੀਦ ਹੈ ਸਟੂਡੈਂਟਸ ਕਿ ਤੁਸੀਂ ਇਹ 6 ਦੇ 6 ਵੀਡੀਓਜ਼ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਉੱਪਰ ਤੁਹਾਨੂੰ ਇਹਨਾਂ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਇਸ ਲਿੰਕ ਤੇ ਜਾ ਕੇ ਤੁਸੀਂ ਇਹ 6 ਦੇ 6 ਵੀਡੀਓਜ਼ ਇੱਕ ਇੱਕ ਕਰਕੇ ਦੇਖ ਸਕਦੇ ਹੋ, ਕਿਉਂਕਿ ਤਾਂ ਹੀ ਫਿਰ ਅੱਜ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਨੂੰ ਕਰਨ ਦਾ ਫਾਇਦਾ ਹੈ। ਜੇਕਰ ਸਾਨੂੰ ਚੈਪਟਰਸ ਕਲੀਅਰ ਨਹੀਂ ਹੈਗੇ, ਉਹਨਾਂ ਦੀ ਸਾਨੂੰ ਸਟੋਰੀ ਦਾ ਪਤਾ ਨਹੀਂ ਹੈ, ਤਾਂ ਬੱਚਿਓ ਫਿਰ ਤਾਂ ਰੱਟਾ ਲਾਉਣ ਵਾਲੀ ਗੱਲ ਹੁੰਦੀ ਹੈ। ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸੋਹਰਾਬ ਐਂਡ ਰੁਸਤਮ ਪਾਰਟ 1 ਅਤੇ ਪਾਰਟ 2 ਦੇ ਬਣਾਏ ਹੋਏ 6 ਦੇ 6 ਵੀਡੀਓਜ਼ ਜ਼ਰੂਰ ਦੇਖੋ ਅਤੇ ਫਿਰ ਅੱਜ ਵਾਲਾ ਵੀਡੀਓ ਵੀ ਜ਼ਰੂਰ ਦੇਖੋ। ਸਟੂਡੈਂਟਸ ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟਸ ਸੋਹਰਾਬ ਐਂਡ ਰੁਸਤਮ ਪਾਰਟ 1 ਅਤੇ ਪਾਰਟ 2 ਦੇ ਜਿਹੜੇ ਮੇਨ ਲੌਂਗ ਆਨਸਰ ਟਾਈਪ ਕੁਐਸਚਨਸ ਬਣਦੇ ਨੇ ਉਹ ਬਣਦੇ ਨੇ ਜੀ ਕਰੈਕਟਰ ਸਕੈਚਿਸ ਆਫ ਸੋਹਰਾਬ ਐਂਡ ਰੁਸਤਮ। ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਇਹ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਤਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਬੱਚਿਓ ਸੋਹਰਾਬ ਦਾ ਵੀ ਕਰੈਕਟਰ ਸਕੈਚ ਆ ਸਕਦਾ ਹੈ ਜਾਂ ਫਿਰ ਰੁਸਤਮ ਦਾ ਕਰੈਕਟਰ ਸਕੈਚ ਵੀ ਆ ਸਕਦਾ ਹੈ। ਤਾਂ ਮੈਂ ਜਿਹੜਾ ਬੱਚਿਓ ਇਹ ਆਨਸਰ ਬਣਾਇਆ ਹੈ ਇਸ ਦੇ ਵਿੱਚ ਮੈਂ ਸੋਹਰਾਬ ਅਤੇ ਰੁਸਤਮ ਦੋਨਾਂ ਦੇ ਕਰੈਕਟਰ ਸਕੈਚਿਸ ਨੂੰ ਕਵਰ ਕੀਤਾ ਹੈ। ਤਾਂ ਤੁਸੀਂ ਇਹ ਵਾਲਾ ਆਨਸਰ ਐਗਜ਼ਾਮੀਨੇਸ਼ਨ ਦੇ ਲਈ ਤਿਆਰ ਕਰ ਸਕਦੇ ਹੋ ਅਤੇ ਜੇਕਰ ਇਸ ਚੈਪਟਰ ਦੇ ਵਿੱਚੋਂ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਵੀ ਕਰੈਕਟਰ ਸਕੈਚ ਆਉਂਦਾ ਹੈ ਜਾਂ ਈਵਨ ਕੋਈ ਹੋਰ ਕੁਐਸਚਨ ਵੀ ਆਉਂਦਾ ਹੈ ਤਾਂ ਤੁਸੀਂ ਇਹ ਵਾਲਾ ਆਨਸਰ ਲਿਖ ਸਕਦੇ ਹੋ। ਤਾਂ ਆਨਸਰ ਹੈ ਜੀ ਰੁਸਤਮ ਵਾਜ਼ ਅ ਗ੍ਰੇਟ ਸੋਲਜਰ ਆਫ ਪਰਸ਼ੀਆ ਨਾਓ ਈਰਾਨ। ਤਾਂ ਰੁਸਤਮ ਇੱਕ ਮਹਾਨ ਸਿਪਾਹੀ ਸੀ ਜੀ ਪਰਸ਼ੀਆ ਦਾ। ਇਹ ਪਰਸ਼ੀਆ ਦੇਸ਼ ਜਿਸ ਨੂੰ ਕਿ ਅੱਜ ਕੱਲ੍ਹ ਈਰਾਨ ਕਿਹਾ ਜਾਂਦਾ ਹੈ। ਈਰਾਨ ਦਾ ਪੁਰਾਣਾ ਨਾਮ ਪਰਸ਼ੀਆ ਹੈ।
ਹੀ ਵਾਜ਼ ਵੈਰੀ ਬਰੇਵ ਐਂਡ ਫੀਅਰਲੈਸ, ਬਹੁਤ ਹੀ ਬਹਾਦਰ ਅਤੇ ਨੀਡਰ ਸੀ ਜੀ ਰੁਸਤਮ। ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਹੈ ਕਿ ਜਦੋਂ ਰੁਸਤਮ ਫੌਜ ਦੇ ਨਾਲ ਮੈਦਾਨੇ ਜੰਗ 'ਚ ਜਾਂਦਾ ਸੀ ਅਤੇ ਫੌਜ ਜਦੋਂ ਰੁਸਤਮ ਦੇ ਨਾਲ ਵਾਰ ਕਰਾਈ ਕਰਦੀ ਸੀ ਤਾਂ ਦੁਸ਼ਮਣਾਂ ਦੇ ਪਸੀਨੇ ਛੁੱਟ ਜਾਂਦੇ ਸੀ ਅਤੇ ਉਹ ਲੜਾਈ ਦਾ ਮੈਦਾਨ ਛੱਡ ਕੇ ਭੱਜ ਜਾਂਦੇ ਸੀ। ਇੰਨਾ ਜ਼ਿਆਦਾ ਇਸ ਦੇ ਨਾਮ ਦਾ ਖੌਫ ਸੀਗਾ, ਇਹਦਾ ਇੰਨਾ ਜ਼ਿਆਦਾ ਅਸਰ ਸੀਗਾ। ਹੀ ਸੇਵਡ ਹਿਸ ਕੰਟਰੀ ਫਰੋਮ ਫੋਰਨ ਇਨਵੇਜ਼ਨ ਮੈਨੀ ਟਾਈਮਸ। ਤਾਂ ਮੈਨੀ ਟਾਈਮਸ ਦਾ ਮਤਲਬ ਹੈ ਬੱਚਿਓ ਬਹੁਤ ਵਾਰੀ ਉਸਨੇ ਆਪਣੇ ਦੇਸ਼ ਨੂੰ ਬਚਾਇਆ। ਕਿਸ ਤੋਂ? ਫਰੋਮ ਫੋਰਨ ਇਨਵੇਜ਼ਨ। ਫੋਰਨ ਦਾ ਮਤਲਬ ਹੁੰਦਾ ਬੱਚਿਓ ਵਿਦੇਸ਼ੀ ਅਤੇ ਇਨਵੇਜ਼ਨ ਦਾ ਮਤਲਬ ਹੁੰਦਾ ਬੱਚਿਓ ਹਮਲੇ। ਇਨਵੇਡ ਸ਼ਬਦ ਤੋਂ ਬਣਿਆ ਹੈ। ਮੈਂ ਤੁਹਾਨੂੰ ਚੈਪਟਰ ਸਮਝਾਉਂਦੇ ਹੋਏ ਇਨਵੇਡ, ਇਨਵੇਜ਼ਨ ਇਹ ਸਾਰੇ ਵਰਡਸ ਕਲੀਅਰ ਕੀਤੇ ਸੀ। ਇਨਵੇਡ ਵਰਬ ਹੁੰਦੀ ਹੈ ਜੀ ਤੇ ਇਨਵੇਡ ਦਾ ਮਤਲਬ ਹੁੰਦਾ ਹਮਲਾ ਕਰਨਾ ਤੇ ਇਨਵੇਜ਼ਨ ਉਹਦਾ ਨਾਉਨ ਹੁੰਦਾ ਹੈ, ਇਹਦਾ ਮਤਲਬ ਹੁੰਦਾ ਹੈ ਹਮਲਾ। ਸੋ ਹੀ ਵਾਸ ਕਾਲਡ ਦਾ ਸ਼ੀਲਡ ਆਫ ਪਰਸ਼ੀਆ। ਇਸ ਕਰਕੇ ਉਸ ਨੂੰ ਪਰਸ਼ੀਆ ਦੀ ਢਾਲ ਕਿਹਾ ਜਾਂਦਾ ਸੀ। ਸ਼ੀਲਡ ਦਾ ਮਤਲਬ ਹੁੰਦਾ ਹੈ ਜੀ ਢਾਲ। ਢਾਲ ਹੁੰਦੀ ਹੈ ਜੀ ਜਿਹੜੀ ਸਿਪਾਹੀ ਆਪਣੇ ਯੁੱਧ ਦੇ ਮੈਦਾਨ ਵਿੱਚ ਜਾਂਦੇ ਹੋਏ ਨਾਲ ਰੱਖਦੇ ਨੇ। ਇੱਕ ਹੱਥ 'ਚ ਉਹਨਾਂ ਦੇ ਤਲਵਾਰ ਹੁੰਦੀ ਹੈ, ਦੂਜੇ ਪਾਸੇ ਗੋਲ ਜੀ ਹੁੰਦੀ ਹੈ ਜੀ ਡਿਸਕ ਵਰਗੀ, ਉਹ ਢਾਲ ਹੁੰਦੀ ਹੈ ਜੀ। ਵੰਸ ਹੀ ਵੈਂਟ ਟੂ ਟਾਟਰ। ਇੱਕ ਵਾਰੀ ਉਹ ਟਾਟਰ ਦੇਸ਼ ਗਿਆ ਜੀ ਨਾ। ਉਹ ਟਾਟਰ ਇੱਕ ਦੇਸ਼ ਦਾ ਨਾਮ ਹੈ, ਇਟਸ ਅ ਨੇਮ ਆਫ ਅ ਕੰਟਰੀ। ਪਰਸ਼ੀਆ ਤੋਂ ਟਾਟਰ ਗਿਆ ਸੀਗਾ। ਹੀ ਮੈਟ ਅ ਪ੍ਰਿੰਸੈਸ ਦੇਅਰ। ਤਾਂ ਉੱਥੇ ਉਹ ਇੱਕ ਰਾਜਕੁਮਾਰੀ ਨੂੰ ਮਿਲਦਾ ਹੈ। ਪ੍ਰਿੰਸੈਸ ਦਾ ਮਤਲਬ ਰਾਜਕੁਮਾਰੀ। ਹਰ ਨੇਮ ਵਾਜ਼ ਤਨੀਮੇ। ਤਾਂ ਉਸ ਲੜਕੀ ਦਾ ਨਾਮ ਕੀ ਸੀ ਜੀ? ਉਸ ਰਾਜਕੁਮਾਰੀ ਦਾ ਨਾਮ ਸੀ ਤਨੀਮੇ। ਦੇ ਫੈਲ ਇਨ ਲਵ ਵਿਦ ਈਚ ਅਦਰ। ਉਹ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਨੇ। ਐਂਡ ਮੈਰਿਡ ਅਤੇ ਉਹਨਾਂ ਦੋਨਾਂ ਦੀ ਸ਼ਾਦੀ ਹੋ ਜਾਂਦੀ ਹੈ। ਤਾਂ ਬੱਚਿਓ ਫਾਲ ਇਨ ਲਵ ਇਹ ਫਰੇਜ਼ ਇਕੱਠਾ ਆਉਂਦਾ ਹੈ, ਇਸ ਦਾ ਧਿਆਨ ਰੱਖਣਾ ਹੈ। ਬਟ ਰੁਸਤਮ ਹੈਡ ਟੂ ਲੀਵ ਹਿਜ਼ ਵਾਈਫ ਵੈਰੀ ਸੂਨ। ਪਰੰਤੂ ਰੁਸਤਮ ਨੂੰ ਆਪਣੀ ਵਾਈਫ ਨੂੰ ਛੱਡਣਾ ਪੈਂਦਾ ਹੈ। ਹੈਡ ਟੂ ਲੀਵ, ਉਸ ਨੂੰ ਛੱਡ ਕੇ ਜਾਣਾ ਪੈਂਦਾ ਹੈ। ਵੈਰੀ ਸੂਨ ਦਾ ਮਤਲਬ ਬਹੁਤ ਜਲਦੀ। ਤਾਂ ਚੈਪਟਰ ਦੇ ਵਿੱਚ ਬੱਚਿਓ ਅਸੀਂ ਦੇਖਿਆ ਹੈ ਕਿ ਪਰਸ਼ੀਆ ਦਾ ਜਿਹੜਾ ਰਾਜਾ ਸੀ ਉਸ ਟਾਈਮ ਕਾਇਕੂਜ਼। ਤਾਂ ਕਾਇਕੂਜ਼ ਇੱਕ ਤਰ੍ਹਾਂ ਨਾਲ ਰੁਸਤਮ ਦੇ ਬਿਨਾਂ ਸਾਹ ਨਹੀਂ ਸੀ ਲੈਂਦਾ। ਤਾਂ ਉਸ ਨੂੰ ਹਮੇਸ਼ਾ ਇਹ ਲੱਗਿਆ ਰਹਿੰਦਾ ਸੀ ਕਿ ਜੇਕਰ ਮੇਰੇ ਕੋਲੇ ਰੁਸਤਮ ਹੈ ਤਾਂ ਮੇਰੇ ਦੇਸ਼ ਉੱਤੇ ਕੋਈ ਹਮਲਾ ਨਹੀਂ ਕਰ ਸਕਦਾ। ਜੇਕਰ ਰੁਸਤਮ ਮੇਰੇ ਤੋਂ ਦੂਰ ਹੈ ਤਾਂ ਮੈਨੂੰ ਕੋਈ ਵੀ ਆ ਕੇ ਜਿੱਤ ਲੂਗਾ। ਤਾਂ ਕਾਇਕੂਜ਼ ਨੇ ਸੁਨੇਹਾ ਭੇਜਿਆ ਰੁਸਤਮ ਨੂੰ ਕਿ ਤੂੰ ਜਲਦੀ ਵਾਪਸ ਆ ਜਾ, ਮੈਨੂੰ ਤੇਰੀ ਲੋੜ ਹੈ। ਇਸ ਕਰਕੇ ਰੁਸਤਮ ਨੂੰ ਤਨੀਮੇ ਨੂੰ ਛੱਡ ਕੇ ਜਾਣਾ ਪਿਆ। ਉਸ ਨੂੰ ਟਾਟਰ ਦੇਸ਼ ਛੱਡ ਕੇ ਆਪਣੇ ਦੇਸ਼ ਪਰਸ਼ੀਆ ਜਾਣਾ ਪਿਆ। ਆਫਟਰ ਸਮ ਟਾਈਮ ਅ ਸਨ ਵਾਜ਼ ਬੋਰਨ ਟੂ ਤਨੀਮੇ। ਤਾਂ ਉਸਦੇ ਜਾਣ ਤੋਂ ਬਾਅਦ ਕੁਛ ਦੇਰ ਬਾਅਦ ਆਫਟਰ ਸਮ ਟਾਈਮ ਤਨੀਮੇ ਦੇ ਬੇਟਾ ਹੁੰਦਾ ਹੈ ਜੀ, ਪੁੱਤਰ ਪੈਦਾ ਹੁੰਦਾ ਹੈ। ਹੀ ਨੇਮਡ ਹਰ ਸਨ ਸੋਹਰਾਬ ਵਿਚ ਮੀਨਸ ਚਾਈਲਡ ਆਫ ਮੈਨੀ ਸਮਾਈਲਸ। ਤਾਂ ਉਹ ਆਪਣੇ ਬੇਟੇ ਦਾ ਨਾਮ ਸੋਹਰਾਬ ਰੱਖਦੀ ਹੈ ਜੀ ਤੇ ਸੋਹਰਾਬ ਦਾ ਮਤਲਬ ਹੁੰਦਾ ਹੈ ਚਾਈਲਡ ਆਫ ਮੈਨੀ ਸਮਾਈਲਸ, ਕਿ ਇੱਕ ਅਜਿਹਾ ਬੱਚਾ ਜੋ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਹੈ, ਉਸਦੇ ਚਿਹਰੇ ਤੇ ਸਮਾਈਲ ਹਮੇਸ਼ਾ ਬਣੀ ਰਹਿੰਦੀ ਹੈ। ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਜੀ ਚਾਈਲਡ ਆਫ ਮੈਨੀ ਸਮਾਈਲਸ। ਬਟ ਸ਼ੀ ਡਿਡ ਨੋਟ ਟੈਲ ਹਰ ਹਸਬੈਂਡ ਅਬਾਊਟ ਦਾ ਬਰਥ ਆਫ ਦੇਅਰ ਸਨ। ਪਰੰਤੂ ਤਨੀਮੇ ਆਪਣੇ ਹਸਬੈਂਡ ਨੂੰ ਨਹੀਂ ਦੱਸਦੀ। ਡਿਡ ਨੋਟ ਟੈਲ ਹਰ ਹਸਬੈਂਡ, ਆਪਣੇ ਹਸਬੈਂਡ ਰੁਸਤਮ ਨੂੰ ਨਹੀਂ ਦੱਸਦੀ। ਕਾਹਦੇ ਬਾਰੇ? ਉਹਨਾਂ ਦੇ ਬੇਟੇ ਦੇ ਜਨਮ ਬਾਰੇ, ਕਿ ਉਹਨਾਂ ਦੇ ਬੇਟਾ ਹੋਇਆ ਇਸ ਦੇ ਬਾਰੇ ਉਹ ਨਹੀਂ ਦੱਸਦੀ। ਉਹ ਇੱਕ ਮੈਸੇਜ ਜ਼ਰੂਰ ਭੇਜਦੀ ਹੈ, ਆਪਾਂ ਸਟੋਰੀ ਪੜ੍ਹੀ ਸੀ ਕਿ ਲੜਕੀ ਹੋਈ ਹੈ, ਬਸ ਇੰਨਾ ਮੈਸੇਜ ਭੇਜਦੀ ਆ ਉਹ ਰੁਸਤਮ ਕੋਲ ਤੇ ਉਹ ਨਾਮ ਤੱਕ ਨਹੀਂ ਦੱਸਦੀ। ਸਿਰਫ ਇੰਨਾ ਮੈਸੇਜ ਭੇਜ ਦਿੰਦੀ ਹੈ ਕਿ ਲੜਕੀ ਹੋਈ ਹੈ, ਕਿਉਂਕਿ ਉਸ ਨੂੰ ਬੱਚੇ ਇਹ ਡਰ ਰਹਿੰਦਾ ਹੈ ਕਿ ਜੇਕਰ ਮੈਂ ਦੱਸਤਾ ਕਿ ਬੇਟਾ ਹੋਇਆ ਤੇ ਉਸਦਾ ਨਾਮ ਸੋਹਰਾਬ ਹੈ, ਫਿਰ ਰੁਸਤਮ ਮੇਰੇ ਬੇਟੇ ਨੂੰ ਲੈ ਜਾਊਗਾ। ਤਾਂ ਜਿਵੇਂ ਮੈਂ ਆਪਣੇ ਪਤੀ ਤੋਂ ਵੱਖ ਹੋ ਗਈ ਤਾਂ ਪੁੱਤਰ ਤੋਂ ਵੀ ਮੈਨੂੰ ਵੱਖ ਹੋਣਾ ਪਊਗਾ। ਆਪਣਾ ਪਤੀ ਤਾਂ ਮੈਂ ਪਹਿਲਾਂ ਗਵਾਇਆ, ਹੁਣ ਪੁੱਤਰ ਵੀ ਗਵਾ ਲੂੰਗੀ। ਤਾਂ ਇਸ ਡਰ ਕਰਕੇ ਉਹ ਆਪਣੇ ਪਤੀ ਰੁਸਤਮ ਨੂੰ ਨਹੀਂ ਦੱਸਦੀ ਕਿ ਉਹਨਾਂ ਦੇ ਬੇਟਾ ਹੋਇਆ ਤੇ ਉਸਦਾ ਨਾਮ ਰੁਸਤਮ ਹੈ। ਸੋਹਰਾਬ ਵਾਜ਼ ਅ ਵੈਰੀ ਬਰੇਵ ਐਂਡ ਹੈਂਡਸਮ ਯੂਥ। ਤਾਂ ਸੋਹਰਾਬ ਜਦੋਂ ਵੱਡਾ ਹੁੰਦਾ ਹੈ ਤਾਂ ਬਹੁਤ ਹੀ ਬਹਾਦਰ ਹੁੰਦਾ ਹੈ ਜੀ ਉਹ, ਅਤੇ ਬਹੁਤ ਹੀ ਹੈਂਡਸਮ ਯੂਥ ਹੁੰਦਾ ਹੈ। ਹੈਂਡਸਮ ਦਾ ਮਤਲਬ ਬਹੁਤ ਹੀ ਦੇਖਣ 'ਚ ਵਧੀਆ, ਯੂਥ ਦਾ ਮਤਲਬ ਜਵਾਨ, ਗੱਭਰੂ ਜਵਾਨ ਹੋ ਜਾਂਦਾ ਹੈ ਜੀ, ਦੇਖਣ 'ਚ ਬਹੁਤ ਵਧੀਆ ਹੁੰਦਾ ਹੈ ਉਹ। ਹੀ ਵਾਜ਼ ਐਜ਼ ਬਰੇਵ ਐਜ਼ ਹਿਜ਼ ਫਾਦਰ। ਤਾਂ ਆਪਣੇ ਪਿਤਾ ਵਾਂਗੂ ਹੀ ਉਹ ਬਹਾਦਰ ਸੀ ਜੀ, ਬਹੁਤ ਹੀ ਜ਼ਿਆਦਾ ਬਹਾਦਰ ਸੀ। He came to know about his father from his mother only when he was going to fight with his challenger। ਤਾਂ ਸਾਨੇ ਸਟੋਰੀ ਪੜ੍ਹੀ ਹੈ ਬੱਚਿਓ, ਤਾਂ ਇੱਕ ਡਿਸਟੈਂਟ ਲੈਂਡ ਤੋਂ ਇੱਕ ਚੈਲੰਜਰ ਆਉਂਦਾ ਹੈ, ਦੂਰ ਦੁਰਾਡੇ ਜਿੱਤਾਂ ਪ੍ਰਾਪਤ ਕਰਕੇ ਇੱਕ ਨੌਜਵਾਨ ਟਾਟਰ ਦੇਸ਼ ਆਉਂਦਾ ਹੈ ਤੇ ਉਹ ਆ ਕੇ ਸੋਹਰਾਬ ਨੂੰ ਚੈਲੰਜ ਕਰਦਾ ਹੈ ਕਿ ਤੂੰ ਮੇਰੇ ਨਾਲ ਸਿੰਗਲ ਕੰਬੈਟ ਕਰ। ਤਾਂ ਸਿੰਗਲ ਕੰਬੈਟ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਕਲਮ ਕੱਲੀ ਯੁੱਧ ਨੂੰ ਸਿੰਗਲ ਕੰਬੈਟ ਕਿਹਾ ਜਾਂਦਾ ਹੈ। ਲੇਕਿਨ ਉਹ ਇੱਕ ਸ਼ਰਤ ਰੱਖ ਦਿੰਦਾ ਹੈ ਕਿ ਯੁੱਧ ਕਰਨ ਤੋਂ ਪਹਿਲਾਂ ਮੈਨੂੰ ਤੇਰੇ ਫਾਦਰ ਬਾਰੇ ਪਤਾ ਹੋਣਾ ਚਾਹੀਦਾ, ਤੈਨੂੰ ਦੱਸਣਾ ਪਏਗਾ ਕਿ ਤੇਰੇ ਫਾਦਰ ਦਾ ਨਾਮ ਕੀ ਹੈ। ਸੋਹਰਾਬ ਨੂੰ ਤਾਂ ਪਤਾ ਨਹੀਂ ਹੁੰਦਾ
ਨਾ ਹੀ ਉਹਨੇ ਪਹਿਲਾਂ ਕਦੇ ਆਪਣੀ ਮਾਤਾ ਨੂੰ ਪੁੱਛਿਆ ਹੁੰਦਾ ਹੈ। ਤਾਂ ਸੋਹਰਾਬ ਘਰ ਜਾਂਦਾ ਹੈ, ਘਰ ਜਾ ਕੇ ਆਪਣੀ ਮਾਂ ਨੂੰ ਇਹ ਸਵਾਲ ਕਰਦਾ ਹੈ। ਤਾਂ ਹੁਣ ਉਸ ਦੀ ਮਦਰ ਤਨੀਮੇ ਨੂੰ ਦੱਸਣਾ ਪੈਂਦਾ ਹੈ ਕਿ ਸੋਹਰਾਬ ਦੇ ਫਾਦਰ ਕੌਣ ਨੇ, ਤੇ ਉਹ ਦੱਸ ਦਿੰਦੀ ਹੈ ਕਿ ਮਹਾਨ ਰੁਸਤਮ ਨੇ ਤੇਰੇ ਪਿਤਾ। ਤਾਂ ਉਹਦੇ ਬਾਰੇ ਲਾਈਨ ਹੀ ਹੈ ਜੀ ਇਹ ਕਿ ਉਸ ਨੂੰ ਪਤਾ ਲੱਗਦਾ ਹੈ ਹੀ ਕੇਮ ਟੂ ਨੋ ਅਬਾਊਟ ਹਿਸ ਫਾਦਰ, ਉਸ ਨੂੰ ਆਪਣੇ ਪਿਤਾ ਬਾਰੇ ਉਦੋਂ ਹੀ ਪਤਾ ਲੱਗਦਾ ਹੈ ਫਰੋਮ ਹਿਸ ਮਦਰ, ਆਪਣੀ ਮਾਤਾ ਤੋਂ, ਓਨਲੀ ਵੈਨ, ਕਦੋਂ, ਸਿਰਫ ਉਦੋਂ, ਵੈਨ ਹੀ ਵਾਸ ਗੋਇੰਗ ਟੂ ਫਾਈਟ ਵਿਦ ਹਿਸ ਚੈਲੰਜਰ, ਜਦੋਂ ਉਹ ਆਪਣੇ ਚੈਲੰਜਰ ਦੇ ਨਾਲ ਫਾਈਟ ਕਰਨ ਜਾ ਰਿਹਾ ਹੁੰਦਾ ਹੈ। ਨਾ ਚੈਲੰਜਰ ਦਾ ਮਤਲਬ ਹੁੰਦਾ ਹੈ ਜੀ ਇੱਥੇ ਚੁਣੌਤੀ ਦੇਣ ਵਾਲਾ। ਤਾਂ ਬੱਚਿਓ ਚੈਲੰਜ ਇਜ਼ ਅ ਵਰਬ, ਚੈਲੰਜ ਦਾ ਮਤਲਬ ਹੁੰਦਾ ਹੈ ਚੁਣੌਤੀ ਦੇਣਾ, ਉਹਦੇ ਪਿੱਛੇ ਜੇ ਆਪਾਂ ਆਰ ਲਗਾ ਦਈਏ ਤਾਂ ਉਹ ਨਾਊਨ ਬਣ ਜਾਂਦਾ ਹੈ ਚੈਲੰਜਰ, ਚੁਣੌਤੀ ਦੇਣ ਵਾਲਾ। ਹਿਸ ਹਾਰਟ ਵਾਸ ਫਿਲਡ ਵਿਦ ਪ੍ਰਾਈਡ ਟੂ ਨੋ ਅਬਾਊਟ ਦਾ ਨੇਮ ਆਫ ਹਿਸ ਫਾਦਰ। ਤਾਂ ਹੁਣ ਜਦੋਂ ਸੋਹਰਾਬ ਨੂੰ ਪਤਾ ਲੱਗਦਾ ਹੈ ਕਿ ਮੇਰੇ ਪਿਤਾ ਦਾ ਨਾਮ ਤਾਂ ਰੁਸਤਮ ਹੈ, ਉਹ ਮਹਾਨ ਰੁਸਤਮ ਜਿਹਦੀ ਕੋਈ ਬਰਾਬਰੀ ਨਹੀਂ, ਜਿਹਦੇ ਵਰਗਾ ਕੋਈ ਦਲੇਰ ਨਹੀਂ, ਤਾਂ ਫਿਰ ਕੀ ਹੁੰਦਾ ਹੈ, ਹਿਸ ਹਾਰਟ, ਉਸਦਾ ਦਿਲ, ਵਾਸ ਫਿਲਡ ਵਿਦ ਪ੍ਰਾਈਡ, ਮਾਣ ਨਾਲ ਭਰ ਜਾਂਦਾ ਹੈ ਇਹ ਜਾਣ ਕੇ ਕਿ ਮੇਰੇ ਪਿਤਾ ਦਾ ਨਾਮ ਰੁਸਤਮ ਹੈ। ਹੀ ਸੈਟ ਆਊਟ ਇਨ ਸਰਚ ਆਫ ਹਿਸ ਫਾਦਰ, ਤਾਂ ਉਹ ਆਪਣੇ ਪਿਤਾ ਦੀ ਭਾਲ ਦੇ ਵਿੱਚ ਚਲਾ ਜਾਂਦਾ ਹੈ। ਸੈਟ ਆਊਟ ਦਾ ਮਤਲਬ ਹੁੰਦਾ ਬੱਚਿਓ ਕਿਸੇ ਜਰਨੀ ਤੇ ਜਾਣਾ, ਇਟਸ ਅ ਫਰੇਜ਼ਲ ਵਰਬ। ਤਾਂ ਸੈਟ ਦੇ ਪਿੱਛੇ ਆਊਟ ਪਿਆ ਹੋਇਆ ਜੀ, ਆਊਟ ਇਜ਼ ਅ ਪ੍ਰੈਪੋਜੀਸ਼ਨ। ਤਾਂ ਜਦੋਂ ਸੈਟ ਦੇ ਪਿੱਛੇ ਆਊਟ ਆ ਜਾਂਦਾ ਹੈ ਇਹ ਇੱਕ ਫਰੇਜ਼ਲ ਵਰਬ ਬਣ ਜਾਂਦੀ ਹੈ, ਇਹਦਾ ਮਤਲਬ ਹੁੰਦਾ ਹੈ ਕਿਸੇ ਯਾਤਰਾ ਤੇ ਚੱਲ ਪੈਣਾ। ਹੀ ਸੈਟ ਆਊਟ, ਉਹ ਚੱਲ ਪੈਂਦਾ ਇੱਕ ਯਾਤਰਾ ਤੇ, ਕਿਸ ਯਾਤਰਾ ਤੇ, ਇਨ ਸਰਚ ਆਫ। ਤਾਂ ਇਨ ਸਰਚ ਆਫ ਵੀ ਬੱਚਿਓ ਇਕੱਠਾ ਆਉਂਦਾ ਹੈ, ਇਟਸ ਆਲਸੋ ਅ ਫਰੇਜ਼, ਇਹ ਵਾਕੰਸ਼ ਹੈ, ਇਕੱਠਾ ਹੀ ਆਉਂਦਾ ਜੀ। ਇਹਦਾ ਮਤਲਬ ਹੁੰਦਾ ਹੈ ਕਿਸੇ ਦੀ ਭਾਲ ਦੇ ਵਿੱਚ, ਤਾਂ ਉਹ ਆਪਣੇ ਪਿਤਾ ਦੀ ਭਾਲ ਦੇ ਵਿੱਚ ਯਾਤਰਾ ਤੇ ਚਲਾ ਜਾਂਦਾ ਹੈ। ਹੀ ਅਟੈਕ ਪਰਸ਼ੀਆ, ਤਾਂ ਉਹ ਪਰਸ਼ੀਆ ਤੇ ਆਪਣੀ ਫੌਜ ਦੇ ਨਾਲ ਹਮਲਾ ਕਰਦਾ ਹੈ। ਅਟੈਕ ਦਾ ਮਤਲਬ ਹਮਲਾ ਕਰਨਾ। ਰੁਸਤਮ ਵਾਸ ਕਾਲਡ ਅਗੇਨ ਟੂ ਡਿਫੈਂਡ ਹਿਸ ਕੰਟਰੀ। ਤਾਂ ਹੁਣ ਸਾਨੂੰ ਪਤਾ ਬੱਚਿਓ ਕਿ ਜਦੋਂ ਉਹ ਪਰਸ਼ੀਆ ਤੇ ਅਟੈਕ ਕਰਦਾ ਤਾਂ ਉਸ ਸਮੇਂ ਵੀ ਪਰਸ਼ੀਆ ਦਾ ਰਾਜਾ ਕਾਇਕੂਸ ਹੁੰਦਾ, ਤਾਂ ਉਹ ਆਪਣੇ ਜਰਨੈਲਾਂ ਨੂੰ ਭੇਜਦਾ ਹੈ ਲੜਨ ਦੇ ਲਈ। ਤਾਂ ਇੱਕ ਇੱਕ ਕਰਕੇ ਸਾਰੇ ਜਰਨੈਲ ਯੁੱਧ ਦੇ ਵਿੱਚ ਮਰ ਜਾਂਦੇ ਨੇ। ਸਾਰੀ ਸਟੋਰੀ ਆਪਾਂ ਨੇ ਚੈਪਟਰ ਦੇ ਵਿੱਚ ਪੜ੍ਹੀ ਹੈ। ਉਸ ਨੂੰ ਫਿਰ ਰੁਸਤਮ ਦੀ ਯਾਦ ਆਉਂਦੀ ਹੈ, ਤਾਂ ਉਹ ਰੁਸਤਮ ਨੂੰ ਸੁਨੇਹਾ ਭੇਜਦਾ ਹੈ ਕਿ ਹੁਣ ਬਹੁਤ ਵੱਡੀ ਭੀੜ ਬਣ ਗਈ ਜੀ, ਤੂੰ ਆ ਜਾ ਤੇ ਆਪਣੀ ਮਾਂ ਭੂਮੀ ਨੂੰ ਬਚਾ, ਬਿਕੋਜ਼ ਇੱਥੇ ਟਾਟਰ ਆਰਮੀ ਨੇ ਅਟੈਕ ਕਰਤਾ। ਰੁਸਤਮ ਉਸ ਸਮੇਂ ਆਪਣੇ ਪਿਤਾ ਦੇ ਨਾਲ ਘਰੇ ਹੁੰਦਾ ਹੈ, ਆਪਣੇ ਬਿਮਾਰ ਪਿਤਾ ਦੀ ਉਹ ਦੇਖਭਾਲ ਕਰ ਰਿਹਾ ਹੁੰਦਾ ਹੈ। ਰੁਸਤਮ ਆਣਾ ਨਹੀਂ ਚਾਹੁੰਦਾ ਹੁੰਦਾ, ਲੇਕਿਨ ਉਸ ਨੂੰ ਆਣਾ ਪੈਂਦਾ ਹੈ। ਤੇ ਜਦੋਂ ਉਸ ਨੂੰ ਇਹ ਪਤਾ ਚੱਲਦਾ ਹੈ ਕਿ ਮੈਨੂੰ ਇੱਕ ਯੰਗ ਸੋਲਜਰ ਦੇ ਨਾਲ ਲੜਨਾ ਪਊਗਾ, ਤਾਂ ਉਸ ਸਮੇਂ ਵੀ ਉਹ ਤਿਆਰ ਨਹੀਂ ਹੁੰਦਾ ਲੜਨ ਦੇ ਲਈ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਮੇਰੇ ਹੱਥੋਂ ਇੱਕ ਨੌਜਵਾਨ ਮੁੰਡਾ ਮਾਰਿਆ ਜਾਵੇ। ਉਹ ਤਿਆਰ ਨਹੀਂ ਹੁੰਦਾ ਲੜਨ ਦੇ ਲਈ। ਕਾਇਕੂਸ ਜੋ ਕਿ ਉਸ ਸਮੇਂ ਪਰਸ਼ੀਆ ਦਾ ਰਾਜਾ ਹੁੰਦਾ ਹੈ, ਉਹ ਮਨਾ ਲੈਂਦਾ ਹੈ। ਤਾਂ ਰੁਸਤਮ ਫਿਰ ਲੜਾਈ ਦੇ ਮੈਦਾਨ 'ਚ ਜਾਂਦਾ ਹੈ ਸਾਦੇ ਕੱਪੜੇ ਪਾ ਕੇ। ਸਾਦੇ ਕੱਪੜੇ ਇਸ ਕਰਕੇ ਪਾਉਂਦਾ ਹੈ ਤਾਂ ਕਿ ਉਹ ਇਹ ਨਾ ਸ਼ੋਅ ਕਰੇ ਦੁਸ਼ਮਣ ਫੌਜ ਨੂੰ ਕਿ ਮੈਂ ਰੁਸਤਮ ਹਾਂ। ਉਹ ਆਪਣੀ ਆਮ ਵਾਲੀ ਪੋਸ਼ਾਕ 'ਚ ਨਹੀਂ ਜਾਂਦਾ, ਜਿਸ ਪੋਸ਼ਾਕ 'ਚ ਰੁਸਤਮ ਜਾਂਦਾ ਹੁੰਦਾ ਸੀ ਲੜਨ ਦੇ ਲਈ, ਉਸ ਪੋਸ਼ਾਕ 'ਚ ਨਹੀਂ ਜਾਂਦਾ, ਇੱਕ ਸਾਦੇ ਜਿਹੇ ਕੱਪੜਿਆਂ 'ਚ ਜਾਂਦਾ, ਇੱਕ ਸਾਦਾ ਜਿਹਾ ਸਿਪਾਹੀ ਬਣ ਕੇ ਜਾਂਦਾ ਹੈ। ਤਾਂ ਇੱਥੇ ਇਹੀ ਗੱਲ ਹੈ ਜੀ ਕਿ ਰੁਸਤਮ ਵਾਸ ਕਾਲਡ ਅਗੇਨ, ਉਸ ਨੂੰ ਫੇਰ ਬੁਲਾਇਆ ਗਿਆ। ਅਗੇਨ ਦਾ ਮਤਲਬ ਦੁਬਾਰਾ, ਟੂ ਡਿਫੈਂਡ ਹਿਸ ਕੰਟਰੀ, ਡਿਫੈਂਡ ਦਾ ਮਤਲਬ ਰੱਖਿਆ ਕਰਨਾ, ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਰੁਸਤਮ ਨੂੰ ਫੇਰ ਬੁਲਾਇਆ ਜਾਂਦਾ ਹੈ। ਤਾਂ ਰੁਸਤਮ ਮੈਟ ਹਿਮ ਇਨ ਦਾ ਫੀਲਡ ਆਫ ਬੈਟਲ। ਤਾਂ ਰੁਸਤਮ, ਇੱਥੇ ਹਿਮ ਦੀ ਥਾਂ ਤੇ ਬੱਚਿਓ ਤੁਸੀਂ ਸੋਹਰਾਬ ਲਿਖ ਲਓ ਕਿ ਰੁਸਤਮ ਮੈਟ ਸੋਹਰਾਬ ਇਨ ਦਾ ਫੀਲਡ ਆਫ ਬੈਟਲ। ਰੁਸਤਮ ਸੋਹਰਾਬ ਨੂੰ ਯੁੱਧ ਦੇ ਮੈਦਾਨ ਦੇ ਵਿੱਚ ਮਿਲਦਾ ਹੈ ਜੀ। ਰੁਸਤਮ ਡਿਡ ਨੋਟ ਨੋ ਦੈਟ ਸੋਹਰਾਬ ਵਾਸ ਹਿਜ਼ ਓਨ ਸਨ। ਰੁਸਤਮ ਨੂੰ ਨਹੀਂ ਪਤਾ, ਡਿਡ ਨੋਟ ਨੋ, ਉਸ ਨੂੰ ਨਹੀਂ ਪਤਾ ਕਿ ਸੋਹਰਾਬ ਤਾਂ ਉਸਦਾ ਆਪਣਾ ਪੁੱਤਰ ਹੈ। ਓਨ, ਓਨ ਦਾ ਮਤਲਬ ਇੱਥੇ ਹੈ ਆਪਣਾ। ਯਾਦ ਹੋਣਾ ਬੱਚਿਓ ਤੁਹਾਨੂੰ ਕਿ ਤਨੀਮੇ ਨੇ ਨਹੀਂ ਦੱਸਿਆ ਸੀ ਰੁਸਤਮ ਨੂੰ ਕਿ ਸਾਡੇ ਬੇਟਾ ਹੋਇਆ, ਉਸ ਨੂੰ ਸਿਰਫ ਇੰਨੀ ਜਾਣਕਾਰੀ ਮਿਲੀ ਸੀ ਕਿ ਬੇਟੀ ਹੋਈ ਹੈ। ਤਾਂ ਉਹਦੇ ਦਾ ਦਿਮਾਗ 'ਚ ਹੀ ਨਹੀਂ ਹੈ ਕਿ ਮੇਰਾ ਕੋਈ ਬੇਟਾ ਵੀ ਹੈ। ਤਾਂ ਰੁਸਤਮ ਨੂੰ ਸੋਹਰਾਬ ਬਾਰੇ ਨਹੀਂ ਪਤਾ। ਸੋਹਰਾਬ ਆਲਸੋ ਡਿਡ ਨੋਟ ਨੋ ਦੈਟ ਹੀ ਵਾਸ ਗੋਇੰਗ ਟੂ ਫਾਈਟ ਵਿਦ ਹਿਜ਼ ਫਾਦਰ। ਸੋਹਰਾਬ ਨੂੰ ਵੀ ਨਹੀਂ ਪਤਾ ਕਿ ਉਹ ਆਪਣੇ ਪਿਤਾ ਦੇ ਨਾਲ ਲੜਨ ਜਾ ਰਿਹਾ ਹੈ। ਇਸ ਕਰਕੇ ਬੱਚਿਓ ਪਤਾ ਨਹੀਂ ਚੱਲਦਾ, ਬਿਕੋਜ਼ ਇੱਕ ਤਾਂ ਦੇਖੋ ਰੁਸਤਮ ਸਾਦੇ ਕੱਪੜਿਆਂ 'ਚ ਆਇਆ ਹੈ, ਉਹ ਆਪਣੀ ਉਸ ਪੁਸ਼ਾਕ ਵਿੱਚ ਨਹੀਂ ਆਇਆ ਜਿਸ ਪੁਸ਼ਾਕ ਵਿੱਚ ਉਹ ਆਮ ਤੌਰ ਤੇ ਯੁੱਧ ਦੇ ਮੈਦਾਨ ਵਿੱਚ ਜਾਂਦਾ ਹੈ। ਦੂਸਰਾ, ਜਦੋਂ ਸੋਹਰਾਬ ਨੂੰ ਥੋੜਾ ਜਿਹਾ ਸ਼ੱਕ ਪੈਂਦਾ ਹੈ ਤਾਂ ਉਦੋਂ ਉਹ ਕੁਐਸਚਨ ਪੁੱਛਦਾ ਹੈ। ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਕਿ ਕੀ ਤੂੰ ਰੁਸਤਮ ਹੈ? ਪਰ ਰੁਸਤਮ ਦੇ ਦਿਮਾਗ 'ਚ ਇਹ ਗੱਲ ਆ ਜਾਂਦੀ ਹੈ ਵੀ ਜੇ ਮੈਨੂੰ ਦੱਸਦਾ ਕਿ ਮੈਂ ਰੁਸਤਮ ਹਾਂ ਤਾਂ ਫਿਰ ਇਹਨੇ ਮੇਰੇ ਨਾਲ ਸੰਧੀ ਕਰ ਲੈਣੀ ਹੈ, ਇਹਨੇ ਮੇਰੇ ਨਾਲ ਲੜਨਾ ਨਹੀਂ, ਜਦ ਕਿ ਇਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹਨੇ ਮੇਰੇ ਬਹੁਤ ਸਾਰੇ ਫੌਜੀਆਂ ਨੂੰ ਮਾਰਿਆ ਹੈ। ਤਾਂ ਰੁਸਤਮ ਉਸ ਨੂੰ ਨਹੀਂ ਦੱਸਦਾ ਕਿ ਮੈਂ ਰੁਸਤਮ ਹੈ। ਤਾਂ ਇਸ ਤਰ੍ਹਾਂ ਬੱਚਿਓ ਇੱਕ ਤਰ੍ਹਾਂ ਨਾਲ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਦੋਨਾਂ 'ਚ। ਦੋਨਾਂ ਨੂੰ ਨਹੀਂ ਪਤਾ ਲੱਗਦਾ ਕਿ ਸਾਡਾ ਅਸਲ ਵਿੱਚ ਰਿਸ਼ਤਾ ਹੈ ਕੀ ਹੈ। ਤਾਂ ਲੜਾਈ ਹੁੰਦੀ ਹੈ ਜੀ। ਸੋਹਰਾਬ ਵਾਸ ਸਲੇਨ ਬਾਈ ਹਿਜ਼ ਫਾਦਰ ਇਨ ਸਿੰਗਲ ਕੰਬੈਟ। ਤਾਂ ਸੋਹਰਾਬ ਨੂੰ ਮਾਰਿਆ ਜਾਂਦਾ ਹੈ। ਸਲੇਨ ਦਾ ਮਤਲਬ ਮਾਰਿਆ ਜਾਣਾ। ਆਪਣੇ ਫਾਦਰ ਦੁਆਰਾ ਮਾਰਿਆ ਜਾਂਦਾ ਹੈ, ਪਿਤਾ ਦੁਆਰਾ ਮਾਰਿਆ ਜਾਂਦਾ ਹੈ। ਇਨ ਸਿੰਗਲ ਕੰਬੈਟ, ਕੱਲਮ ਕੱਲੀ ਲੜਾਈ ਦੇ ਵਿੱਚ। ਕੰਬੈਟ ਦਾ ਮਤਲਬ ਹੁੰਦੀ ਹੈ ਜੀ ਲੜਾਈ। ਤੇ ਸਾਨੂੰ ਬੱਚਿਓ ਇਹ ਵੀ ਪਤਾ ਹੈ ਕਿੰਨਾ ਸਮਾਂ ਲੜਾਈ ਚੱਲਦੀ ਰਹਿੰਦੀ ਹੈ। ਲੜਾਈ ਚੱਲਦੇ ਹੋਏ ਰੁਸਤਮ ਨੂੰ ਇਹ
ਫੀਲ ਹੁੰਦਾ ਹੈ ਕਿ ਮੈਂ ਅੱਜ ਪਹਿਲੀ ਵਾਰੀ ਜ਼ਿੰਦਗੀ 'ਚ ਹਾਰੂੰਗਾ। ਸੋਹਰਾਬ ਦੇ ਮਨ 'ਚ ਨਹੀਂ ਆਂਦਾ ਕਿ ਮੈਂ ਹਾਰੂੰਗਾ, ਤੇ ਜਦੋਂ ਉਹਦੇ ਮਨ 'ਚ ਇਹ ਫੀਲਿੰਗ ਆਂਦੀ ਹੈ ਰੁਸਤਮ ਦੇ ਮਨ 'ਚ ਕਿ ਮੈਂ ਹਾਰੂੰਗਾ, ਤਾਂ ਉਹ ਉੱਚੀ ਉੱਚੀ ਚਲਾਉਂਦਾ ਹੈ ਰੁਸਤਮ ਰੁਸਤਮ। ਤੇ ਉਹਦੀ ਵਾਰ ਕਰਾਈ ਸੁਣ ਕੇ ਸੋਹਰਾਬ ਥੋੜੀ ਦੇਰ ਲਈ ਬੇਚੈਨ ਹੋ ਜਾਂਦਾ ਹੈ, ਕਿਉਂਕਿ ਉਸ ਨੂੰ ਐ ਲੱਗਦਾ ਹੈ ਕਿ ਮੇਰੇ ਫਾਦਰ ਦਾ ਨਾਮ ਬੋਲਿਆ ਜਾ ਰਿਹਾ ਹੈ। ਤਾਂ ਜਦੋਂ ਥੋੜੀ ਦੇਰ ਲਈ ਉਹ ਬੇਚੈਨ ਹੁੰਦਾ ਹੈ, ਉਸੇ ਦੌਰਾਨ ਰੁਸਤਮ ਉਸ ਤੇ ਹਮਲਾ ਕਰਦਾ ਹੈ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੰਦਾ ਹੈ। ਇਟ ਵਾਸ ਟੂ ਲੇਟ ਵੈਨ ਬੋਥ ਆਫ them came to know of the reality। ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਟ ਵਾਸ ਟੂ ਲੇਟ, ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਜਦੋਂ ਦੋਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਸੱਚਾਈ ਕੀ ਹੈ। ਬੋਥ ਆਫ them ਦਾ ਮਤਲਬ ਦੋਵਾਂ ਨੂੰ, came to know ਪਤਾ ਲੱਗਦਾ ਹੈ, of the reality ਸੱਚਾਈ ਦਾ। ਜਦੋਂ ਸੱਚਾਈ ਦਾ ਬੱਚਿਓ ਪਤਾ ਚੱਲਦਾ, ਉਸ ਸਮੇਂ ਤੱਕ ਤਾਂ ਸੋਹਰਾਬ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ, ਉਹ ਮਰਨ ਕਿਨਾਰੇ ਹੁੰਦਾ ਹੈ। ਤਾਂ ਰੁਸਤਮ ਵਾਸ ਅਟਰਲੀ ਸ਼ੌਕਡ ਦੈਟ ਹੀ ਹੈਡ ਕਿਲਡ ਹਿਜ਼ ਓਨ ਸਨ। ਤਾਂ ਰੁਸਤਮ ਨੂੰ ਬਹੁਤ ਜ਼ਿਆਦਾ ਸ਼ੌਕ ਲੱਗਦਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਖੁਦ ਹੀ ਮਾਰ ਦਿੱਤਾ। ਪਰੰਤੂ ਸਾਨੂੰ ਇਹ ਵੀ ਪਤਾ ਹੈ ਸੋਹਰਾਬ ਉਸ ਨੂੰ ਢਾਂਡਸ ਵਧਾਉਂਦਾ ਹੈ ਕਿ ਪਿਤਾ ਜੀ, ਤੁਹਾਡੇ ਤੋਂ ਜੋ ਹੋਇਆ ਉਹ ਗਲਤੀ ਨਾਲ ਹੋਇਆ। ਤਾਂ ਸੋਹਰਾਬ ਉਸ ਨੂੰ ਇੱਕ ਆਪਣੀ ਆਖਰੀ ਇੱਛਾ ਦੱਸਦਾ ਹੈ ਚੈਪਟਰ ਦੇ ਐਂਡ ਦੇ ਵਿੱਚ। ਤਾਂ ਉਹ ਕੀ ਹੁੰਦੀ ਹੈ ਕਿ ਸੋਹਰਾਬ ਰਿਕੁਐਸਟਡ ਰੁਸਤਮ ਟੂ ਬਰੀ ਹਿਮ ਇਨ ਹਿਜ਼ ਹੋਮ। ਸੋਹਰਾਬ ਪ੍ਰਾਰਥਨਾ ਕਰਦਾ ਹੈ ਰੁਸਤਮ ਦੇ ਅੱਗੇ ਕਿ ਉਸ ਨੂੰ ਦਫਨਾਇਆ ਜਾਵੇ। ਬਰੀ ਦਾ ਮਤਲਬ ਹੁੰਦਾ ਜੀ ਦਫਨਾਉਣਾ। ਕਿੱਥੇ ਦਫਨਾਇਆ ਜਾਵੇ? ਆਪਣੇ ਪਿਤਾ ਦੇ ਘਰ, ਰੁਸਤਮ ਦੇ ਘਰ ਦਫਨਾਇਆ ਜਾਵੇ। ਕਿਉਂ? ਕਿਉਂਕਿ ਉਹ ਚਾਹੁੰਦਾ ਸੀ ਹੀ ਵਿਸ਼ ਟੂ ਬੀ ਰਿਮੈਂਬਰਡ ਐਜ਼ ਦਾ ਸਨ ਆਫ ਰੁਸਤਮ। ਉਸ ਦੀ ਇੱਛਾ ਸੀ ਕਿ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਕਿ ਉਹ ਮਹਾਨ ਰੁਸਤਮ ਦਾ ਪੁੱਤਰ ਸੀ। ਤਾਂ ਸਟੂਡੈਂਟਸ, ਉਮੀਦ ਹੈ ਕਿ ਤੁਹਾਨੂੰ ਸੋਹਰਾਬ ਐਂਡ ਰੁਸਤਮ ਦਾ ਕਰੈਕਟਰ ਸਕੈਚ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਜੇਕਰ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। ਆਪਣੀਆਂ ਨੋਟਬੁੱਕਸ ਤੇ ਕੁਐਸਚਨ ਜ਼ਰੂਰ ਨੋਟ ਕਰੋ। ਵੀਡੀਓ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਸੋਹਰਾਬ ਐਂਡ ਰੁਸਤਮ ਪਾਰਟ 1 ਅਤੇ ਪਾਰਟ 2 ਦੇ ਲਿੰਕਸ ਇੱਕ ਵਾਰ ਫਿਰ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਫਿਰ ਕਿਸੇ ਹੋਰ ਚੈਪਟਰ ਨੂੰ ਲੈ ਕੇ ਮਿਲਾਂਗੇ ਜੀ। ਧੰਨਵਾਦ।